ਵੈਲਕਮ ਬੈਕ। ਪੰਜਾਬ ਦੀਆਂ ਚੋਣਾਂ ਦੀ ਤਿਆਰੀ ਪਿਛਲੇ 5 ਮਹੀਨਿਆਂ ਤੋਂ ਚੱਲ ਰਹੀ ਸੀ ਜਦੋਂ ਮੁੱਖ ਮੰਤਰੀ ਬਦਲ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਲਗਾ ਕੇ ਚੰਨੀ ਚੰਨੀ ਕਰਾ ਦਿੱਤੀ ਗਈ ਸਾਰੇ ਪਾਸੇ। ਇਹੋ ਜਿਹੀਆਂ ਜਿਹੜੀਆਂ ਕੋਝੀਆਂ ਚਾਲਾਂ ਕਾਂਗਰਸ ਪਾਰਟੀ 5 ਮਹੀਨੇ ਪਹਿਲਾਂ ਤੋਂ ਹੀ ਚੱਲਣ ਲੱਗੀ ਸੀ, ਉਦੋਂ ਪਤਾ ਲੱਗ ਗਿਆ ਸੀ ਕਿ ਇਲੈਕਸ਼ਨਸ ਇਸ ਵਾਰ ਦੇ ਬਹੁਤ ਗਰਮਜੋਸ਼ੀ ਵਾਲੇ ਹੋਣਗੇ। ਜਮਹੂਰੀਅਤ ਸਭ ਤੋਂ ਵੱਡਾ ਮੇਲਾ ਹੈ। ਜਮਹੂਰੀਅਤ ਡੈਮੋਕ੍ਰੇਸੀ ਇੱਕ ਉਹ ਚੀਜ਼ ਹੈ ਜਿਹੜੀ ਆਮ ਲੋਕਾਂ ਨੂੰ ਤਾਕਤ ਦਿੰਦੀ ਹੈ। 5 ਸਾਲਾਂ ਬਾਅਦ ਹਰ ਇੱਕ ਆਮ ਇਨਸਾਨ, ਆਮ ਵੋਟਰ ਨੂੰ ਇਹ ਲੱਗਦਾ ਹੈ ਕਿ ਉਹਦੀ ਕੀਮਤ ਹੈ, ਉਹਦੀ ਕੋਈ ਨਾ ਕੋਈ ਪਾਵਰ ਹੈ, ਉਹਦੇ ਕੋਲ ਕੋਈ ਤਾਕਤ ਹੈ, ਉਹ ਸਰਕਾਰ ਬਦਲ ਸਕਦਾ, ਉਹ ਕਿਸੇ ਨੂੰ ਚੁਣ ਸਕਦਾ, ਉਹ ਕਿਸੇ ਨੂੰ ਹਰਾ ਸਕਦਾ। ਇਹ ਉਹਦੀ ਤਾਕਤ ਦਾ ਉਹਨੂੰ ਅੰਦਾਜ਼ਾ ਲੱਗਦਾ ਹੈ ਜਦੋਂ ਜਮਹੂਰੀਅਤ ਦਾ ਮੇਲਾ ਜਾਣੀ ਕਿ ਇਲੈਕਸ਼ਨਸ ਆਉਂਦੀਆਂ ਨੇ। ਪਰ ਇਸ ਜਮਹੂਰੀਅਤ ਨੂੰ ਢਾਹ ਲਾਉਣ ਦੇ ਲਈ ਕਈ ਵਰਤਾਰੇ ਇੱਦਾਂ ਦੇ ਆ ਜੋ ਵਾਪਰ ਰਹੇ ਆ, ਜੋ ਆਪਾਂ ਸਾਰੇ ਆਪਣੇ ਅਰਾਊਂਡ ਦੇਖ ਰਹੇ ਆ, ਜਿਹੜੀ ਡੈਮੋਕ੍ਰੇਸੀ ਨੂੰ ਕਮਜ਼ੋਰ ਕਰ ਰਹੇ ਆ, ਅੰਦਰੋਂ ਖੋਖਲਾ ਕਰ ਰਹੇ ਆ। ਉਹਨਾਂ 5 ਵਰਤਾਰਿਆਂ ਤੇ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ, ਔਰ ਨਾਲ ਖਾਸ ਤੌਰ ਤੇ ਗੱਲ ਇਹ ਕਰਾਂਗੇ ਕਿ ਪੰਜਾਬ ਦਾ ਵੋਟਰ ਜਿਹੜਾ ਇਸ ਜਮਹੂਰੀ ਮੇਲੇ ਦਾ ਚੀਫ ਗੈਸਟ ਹੈ, ਪੰਜਾਬ ਦਾ ਹਰ ਇੱਕ ਵੋਟਰ, ਉਹ ਕੀ ਸੋਚ ਰਿਹਾ ਹੈ, ਉਹਦੀ ਇਹਦੇ ਵਿੱਚ ਕੀ ਸਥਾਨ ਆ ਇਸ ਡੈਮੋਕ੍ਰੇਸੀ ਦੇ ਵਿੱਚ ਉਸ ਵੋਟਰ ਦਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕ੍ਰਿਮੀਨਲ ਚਾਰजेस ਦੀ। ਪੰਜਾਬ ਦੇ ਵਿੱਚ ADR ਐਂਡ ਪੰਜਾਬ ਇਲੈਕਸ਼ਨ ਵਾਚ ਦੋ ਐਸੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਲੋਕਾਂ ਨੇ ਆਪਣੀਆਂ ਨੋਮੀਨੇਸ਼ਨਸ ਭਰੀਆਂ ਨੇ, ਚੋਣਾਂ ਦੇ ਵਿੱਚ ਜਿਹੜੇ ਖੜੇ ਹੋਏ ਆ MLA ਇਲੈਕਸ਼ਨ ਕੰਟੈਸਟ ਕਰਨ ਦੇ ਲਈ, ਉਹਨਾਂ ਦੇ ਵਿੱਚੋਂ 25% ਇੱਦਾਂ ਦੇ ਨੁਮਾਇੰਦੇ ਨੇ, ਨੋਮੀਨੇਸ਼ਨ ਭਰਨ ਵਾਲੇ ਕੈਂਡੀਡੇਟ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਨੇ। 25% ਮਤਲਬ ਕਿ 315 ਇੱਦਾਂ ਦੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਕ੍ਰਿਮੀਨਲ ਕੇਸ ਦਾਇਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜਾ ਨੰਬਰ ਹੈ 2017 ਦੀਆਂ ਚੋਣਾਂ ਦੇ ਨਾਲੋਂ ਕਿਤੇ ਵੱਧ ਚੁੱਕਾ ਹੈ। 2017 ਦੀਆਂ ਚੋਣਾਂ ਦੇ ਵਿੱਚ ਸਿਰਫ 7% ਉਮੀਦਵਾਰ ਇੱਦਾਂ ਦੇ ਸੀ ਜਿਨ੍ਹਾਂ ਤੇ ਕੋਈ ਨਾ ਕੋਈ ਕ੍ਰਿਮੀਨਲ ਕੇਸ ਸੀ, ਪਰ ਇਸ ਵਾਰੀ ਇਹ ਨੰਬਰ ਵੱਧ ਕੇ 25% ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਆਪਾਂ ਪਾਰਟੀ ਵਾਈਜ਼ ਗੱਲ ਕਰੀਏ ਕਿ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸਿਸ ਨੇ। ਮੈਂ ਇੱਥੇ ਗੱਲ ਐਡ ਕਰਨਾ ਚਾਹੁੰਦੀ ਹਾਂ ਕਿ ਇਹ ਕ੍ਰਿਮੀਨਲ ਕੇਸਿਸ ਆਪਾਂ ਵੀ ਜਾਣਦੇ ਹਾਂ, ਅਗਰ ਕਿਸੇ ਤੇ ਕੋਈ ਪਰਚਾ ਹੋ ਜਾਏ ਤਾਂ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ, ਉਹਦਾ ਪਾਸਪੋਰਟ ਨਹੀਂ ਬਣਦਾ ਜਾਂ ਉਹਨੂੰ ਕੋਈ ਵੀ ਸੁਵਿਧਾ ਨਹੀਂ ਮਿਲਦੀ, ਔਰ ਨਾਲ ਹੀ ਸਮਾਜ ਦੇ ਵਿੱਚ ਜਿਸ ਤਰ੍ਹਾਂ ਦਾ ਉਹਦਾ ਨਾਮ ਖਰਾਬ ਹੁੰਦਾ ਹੈ, ਜੀਣਾ ਮੁਸ਼ਕਿਲ ਹੋ ਜਾਂਦਾ ਉਸ ਪਰਿਵਾਰ ਦਾ ਵੀ ਜਿਨ੍ਹਾਂ ਦੇ ਬੱਚੇ ਦੇ ਉੱਤੇ ਜਿਨ੍ਹਾਂ ਤੇ ਪਰਚਾ ਪਿਆ ਹੋਵੇ। ਬਟ ਇਹ ਜਿਹੜੇ ਪੋਲੀਟੀਕਲ ਲੋਕ ਆਪਣੀਆਂ ਨੋਮੀਨੇਸ਼ਨਸ ਭਰਦੇ ਨੇ, ਇੱਕ ਐਦਾਂ ਦਾ ਮਾਹੌਲ ਕ੍ਰੀਏਟ ਕਰਾਉਂਦੇ ਨੇ ਕਿ ਆਪਣੇ ਆਪ ਨੂੰ ਇੱਕ ਧਾਕੜ ਦਿਖਾਉਂਦੇ ਨੇ ਕਿ ਅਗਰ ਸਾਡੇ ਤੇ ਕੋਈ ਪਰਚਾ ਹੈ ਤਾਂ ਆਮ ਜੀ ਗੱਲ ਹੈ, ਮਰਦਾਂ ਤੇ ਪਰਚੇ ਹੁੰਦੇ ਨੇ। ਸੋ ਜਮਹੂਰੀਅਤ ਦੇ ਵਿੱਚ ਜਿਹੜਾ ਵੋਟਰ ਹੈ ਉਹਦੇ ਦਿਮਾਗ ਨੂੰ ਆਲਰੇਡੀ ਇਸ ਤਰ੍ਹਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰ ਲਈ ਜਾਂਦੀ ਹੈ, ਇੱਕ ਇੱਦਾਂ ਦਾ ਪ੍ਰੋਪਾਗੈਂਡਾ ਖੇਡਣਾ ਸ਼ੁਰੂ ਹੋ ਜਾਂਦਾ ਹੈ ਕਿ ਵੋਟਰ ਇਸ ਚੀਜ਼ ਦਾ ਅੰਦਾਜ਼ਾ ਨਾ ਲਾ ਸਕੇ, ਰਾਦਰ ਉਹਨੂੰ ਇਸ ਗੱਲ ਦਾ ਮਾਣ ਹੋਵੇ ਕਿ ਮੇਰੇ ਕੈਂਡੀਡੇਟ ਤੇ ਤਾਂ ਇੰਨੇ ਪਰਚੇ ਨੇ, ਇੰਨੇ ਫਲਾਣੇ ਪਰਚੇ ਨੇ, ਉਹ ਤਾਂ ਹਰ ਇੱਕ ਨਾਲ ਪੰਗਾ ਲੈ ਲੈਂਦਾ, ਜਾਂ ਇੱਦਾਂ ਦੀ ਚੀਜ਼ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੇ ਉਮੀਦਵਾਰ ਆ ਇਹਨਾਂ ਤੇ ਝੂਠੇ ਪਰਚੇ ਦਾਇਰ ਕੀਤੇ ਗਏ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 68% ਉਮੀਦਵਾਰ ਇੱਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਦਾਇਰ ਨੇ। ਆਮ ਆਦਮੀ ਪਾਰਟੀ ਦੇ ਵਿੱਚ, ਆਮ ਆਦਮੀ ਪਾਰਟੀ ਜਿਨ੍ਹਾਂ ਦਾ ਕੋਈ ਰਾਜਨੀਤਿਕ ਇਤਿਹਾਸ ਪੰਜਾਬ ਦੇ ਵਿੱਚ ਬਹੁਤ ਵੱਡਾ ਨਹੀਂ ਔਰ ਉਹਨਾਂ ਦਾ ਨਾਮ ਹੀ ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਵੀ 50% ਕੈਂਡੀਡੇਟਸ ਦੇ ਉੱਤੇ ਕੋਈ ਨਾ ਕੋਈ ਕ੍ਰਿਮੀਨਲ ਕੇਸ ਦਾਇਰ ਹੈ। ਕਾਂਗਰਸ ਪਾਰਟੀ ਦਾ ਨੰਬਰ ਇੱਥੇ ਕਾਫੀ ਘੱਟ ਹੈ ਬਾਕੀਆਂ ਦੇ ਕੰਪੈਰੀਟਿਵਲੀ। ਕਾਂਗਰਸ ਦੇ ਸਿਰਫ 14% ਕੈਂਡੀਡੇਟਸ ਤੇ ਕ੍ਰਿਮੀਨਲ ਕੇਸ ਦਾਇਰ ਹੈ। ਅਗਰ 14% ਤੇ ਵੀ ਕ੍ਰਿਮੀਨਲ ਕੇਸ ਦਾਇਰ ਹੈ ਤਾਂ ਆਪਾਂ ਉਹਨਾਂ ਨੂੰ ਘੱਟ ਨਹੀਂ ਮੰਨ ਸਕਦੇ। ਬੀਜੇਪੀ ਦੇ ਵਿੱਚ ਵੀ ਲਗਭਗ 38% ਲੋਕ ਇੱਦਾਂ ਦੇ ਆ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਦਾਇਰ ਆ। ਉਹ ਲੋਕ ਜਿਹੜੇ MLA ਦੇ ਲਈ ਖੜੇ ਹੋਏ ਨੇ, MLA ਸ਼ਿਪ ਲੈਣ ਦੇ ਲਈ ਖੜੇ ਹੋਏ ਨੇ। ਨਾਲ ਹੀ ਹੋਰ ਪਾਰਟੀਆਂ ਦੇ ਵਿੱਚ ਵੀ ਕ੍ਰਿਮੀਨਲ ਕੇਸਾਂ ਦੀ ਕੋਈ ਘਾਟ ਨਹੀਂ ਹੈ। ਇਹ ਕ੍ਰਿਮੀਨਲ ਕੇਸ ਜ਼ਿਆਦਾਤਰ ਬਹੁਤ ਸੀਰੀਅਸ ਆਫੈਂਸ ਕਰਕੇ ਆ, ਜਿਵੇਂ ਕਿ ਮਰਡਰ, ਅਟੈਂਪਟ ਟੂ ਮਰਡਰ, ਸੈਂਡ ਮਾਈਨਿੰਗ, ਇਲੀਗਲ ਸੈਂਡ ਮਾਈਨਿੰਗ, ਫਰੋਜਰੀ, ਧੋਖਾਧੜੀ, ਪੈਸਿਆਂ ਦੇ ਲੈਣ ਦੇਣ ਦੇ ਵਿੱਚ ਕੀਤੀ ਹੋਈ ਧੋਖਾਧੜੀ। ਪਲੱਸ 15 ਕੈਂਡੀਡੇਟਸ ਇੱਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਖਿਲਾਫ ਕ੍ਰਾਈਮ ਕਰਨ ਦੇ ਕੇਸ ਚੱਲ ਰਹੇ ਨੇ, ਕ੍ਰਿਮੀਨਲ ਕੇਸ ਚੱਲ ਰਹੇ ਨੇ। ਪੰਜਾਬ ਦੇ ਵਿੱਚ 57 ਹਲਕੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਰੈੱਡ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ। ਇਲੈਕਸ਼ਨ ਕਮਿਸ਼ਨ ਵੱਲੋਂ ਰੈੱਡ ਜ਼ੋਨ ਉਸੇ ਨੂੰ ਡਿਕਲੇਅਰ ਕੀਤਾ ਜਾਂਦਾ ਹੈ ਜਿੱਥੇ ਕੰਟੈਸਟ ਕਰ ਰਹੇ ਲੋਕਾਂ ਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਲੋਕਾਂ ਦੀ ਕ੍ਰਿਮੀਨਲ ਟੈਂਡੈਂਸੀ ਹੋਵੇ ਜਾਂ ਉਹਨਾਂ ਤੇ ਕ੍ਰਿਮੀਨਲ ਪਰਚੇ ਇੱਦਾਂ ਦੇ ਕੇਸ ਦਾਇਰ ਹੋਣ। ਸੋ ਪੰਜਾਬ ਦੇ ਵਿੱਚ ਲਗਭਗ 50% ਹਲਕੇ ਇੱਦਾਂ ਦੇ ਨੇ ਜਿਹੜੇ ਰੈੱਡ ਜ਼ੋਨ ਦੇ ਵਿੱਚ ਆ, ਉੱਥੇ ਸਪੈਸ਼ਲ ਫੋਰਸਿਸ ਨੂੰ ਡਿਪਲੋਏ ਕੀਤਾ ਗਿਆ ਆ। दूसरा फिनोमिना जो डेमोक्रेसी ਨੂੰ ਖੋਖਲਾ ਕਰ ਰਿਹਾ ਉਹ ਇਹ ਹੈ ਕਿ ਮਨੀ ਪਾਵਰ, ਪੈਸਾ ਪਾਵਰ
ਜਾਂ ਆਪਾਂ ਕਹਿ ਲਈਏ ਪੈਸਾਵਾਦ, ਜਿਹਦੇ ਵਿੱਚ ਸਿਰਫ ਔਰ ਸਿਰਫ ਅਮੀਰ ਕੈਂਡੀਡੇਟਸ ਨੂੰ ਹੀ ਅੱਗੇ ਲਿਆਂਦਾ ਜਾਂਦਾ ਜਾਂ ਉਹਨਾਂ ਨੂੰ ਹੀ ਟਿਕਟਾਂ ਮਿਲਦੀਆਂ ਨੇ। ਇਸ ਵਾਰ ਦੇ ਜਿੰਨੇ ਵੀ ਕੈਂਡੀਡੇਟਸ ਹੈ ਉਹਨਾਂ ਦੇ ਵਿੱਚੋਂ 41% ਇੱਦਾਂ ਦੇ ਕੈਂਡੀਡੇਟਸ ਆ ਜਿਹੜੇ ਕਰੋੜਪਤੀ ਨੇ, ਔਰ ਪਿਛਲੇ ਵਾਰ ਨਾਲੋਂ ਇਹ ਨੰਬਰ ਬਹੁਤ ਵਧਿਆ। 2017 ਦੀਆਂ ਚੋਣਾਂ ਦੇ ਵਿੱਚ ਸਿਰਫ 37% ਉਮੀਦਵਾਰ ਸੀ ਜਿਹੜੇ ਕਰੋੜਪਤੀ ਸੀ, ਔਰ 2022 ਦੀਆਂ ਚੋਣਾਂ ਦੇ ਵਿੱਚ ਇਹ ਨੰਬਰ ਵੱਧ ਕੇ 41% ਵਧਿਆ। ਬਹੁਤ ਸਾਰੇ ਇੱਦਾਂ ਦੇ ਕੈਂਡੀਡੇਟਸ ਹੈ ਜਿਨ੍ਹਾਂ ਦੀ ਸੰਪਤੀ, ਜਿਨ੍ਹਾਂ ਦੀ ਐਸੈਟ ਜਿਹੜੇ ਆ ਉਹ ਵਧੇ ਆ। ਜਦੋਂ ਆਪਾਂ ਨੂੰ ਪਤਾ ਹੈ ਕਰੋਨਾ ਕਾਲ ਆਇਆ ਸੀ, 2 ਸਾਲਾਂ ਤੋਂ ਬਿਜ਼ਨਸ ਕਾਰੋਬਾਰ ਲੋਕਾਂ ਦੇ ਠੱਪ ਸੀ, ਉਹਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਲੀਡਰਸ ਦੇ ਬੈਂਕ ਬੈਲੈਂਸ, ਉਹਨਾਂ ਦੇ ਐਸੈਟਸ, ਉਹਨਾਂ ਦੀਆਂ ਜਾਇਦਾਦਾਂ ਵਧੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 93% ਉਮੀਦਵਾਰ ਕਰੋੜਪਤੀ ਨੇ, ਕਾਂਗਰਸ ਦੇ ਵਿੱਚ 92% ਉਮੀਦਵਾਰ ਕਰੋੜਪਤੀ ਨੇ, ਔਰ ਆਮ ਆਦਮੀ ਪਾਰਟੀ ਜਿਹੜੀ ਕਿ ਜ਼ਿਆਦਾ ਆਮ ਨਹੀਂ ਲੱਗ ਰਹੀ ਇਸ ਟਾਈਮ, ਉਹਦੇ ਵਿੱਚ ਵੀ 70% ਤੋਂ ਵੱਧ ਉਮੀਦਵਾਰ ਕਰੋੜਪਤੀ ਨੇ। ਵਿਨੇਬਿਲਿਟੀ ਦਾ ਕ੍ਰਾਈਟੇਰੀਆ ਜਦੋਂ ਪਾਰਟੀਆਂ ਵੱਲੋਂ ਦੇਖਿਆ ਜਾਂਦਾ ਉਹਦੇ ਵਿੱਚ ਕਿਰਦਾਰ ਕਿਤੇ ਬਹੁਤ ਪਿੱਛੇ ਛੁੱਟ ਗਏ ਆ। ਸਿਰਫ ਉਹੀ ਕੈਂਡੀਡੇਟ ਸਿਲੈਕਟ ਕੀਤੇ ਜਾ ਰਹੇ ਜਿਨ੍ਹਾਂ ਦੇ ਕੋਲ ਪੈਸੇ ਖਰਚਣ ਦੀ ਹਿੰਮਤ ਹੋਵੇ, क्षमता ਹੋਵੇ, ਤਾਂ ਕਿ ਉਹ ਆਪਣਾ ਇੱਕ ਭੰਡੀ ਪ੍ਰਚਾਰ ਕਰ ਸਕਣ ਜਾਂ ਕਿਸੇ ਨਾ ਕਿਸੇ ਤਰ੍ਹਾਂ ਵੋਟਰ ਨੂੰ ਮੈਨੂਪੂਲੇਟ ਕਰ ਸਕੇ ਆਪਣੇ ਰਿਸੋਰਸਿਸ ਯੂਜ਼ ਕਰਕੇ। ਅਗਰ ਐਵਰੇਜ ਕੱਢੀ ਜਾਵੇ ਤਾਂ 2017 ਦੇ ਵਿੱਚ ਪਰ ਕੈਂਡੀਡੇਟ 3.5 ਕਰੋੜ ਸੀ, ਬਟ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਐਵਰੇਜ ਹਰ ਇੱਕ ਕੈਂਡੀਡੇਟ ਦੀ 4.5 ਕਰੋੜ ਆਉਂਦੀ ਆ। ਮਤਲਬ ਕਿ 1 ਕਰੋੜ ਐਸੈਟ ਪਰ ਕੈਂਡੀਡੇਟ ਐਵਰੇਜ ਦੇ ਵਿੱਚ ਵੱਧਦਾ ਹੈ। ਨਾਲ ਹੀ ਅਗਰ ਆਪਾਂ ਇਹਨਾਂ ਕੈਂਡੀਡੇਟਸ ਦੀ ਐਜੂਕੇਸ਼ਨ ਤੇ ਵੀ ਹਲਕੀ ਜਿਹੀ ਨਿਗਾਹ ਮਾਰੀਏ ਤਾਂ ਆਪਣੇ ਕੋਲ 50% ਤੋਂ ਜ਼ਿਆਦਾ ਇੱਦਾਂ ਦੇ ਉਮੀਦਵਾਰ ਹੈ ਜਿਹੜੇ +2 ਤੋਂ ਅੱਗੇ ਪੜ੍ਹੇ ਹੀ ਨਹੀਂ ਆ। ਉਹ 5ਵੀਂ ਤੋਂ ਲੈ ਕੇ +2 ਤੱਕ ਵਿੱਚ ਹੀ ਪੜ੍ਹੇ ਹੋਏ ਆ, ਔਰ ਉਹ 50% ਸਾਡੇ ਉਮੀਦਵਾਰ ਨੇ। ਆਪਣੀ ਵਿਧਾਨ ਸਭਾ ਬਹੁਤ ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਬਹੁਤ ਵੱਡੀ ਵਿਧਾਨ ਸਭਾ, ਉੱਥੇ ਜ਼ਿਆਦਾਤਰ 올ਡ ਏਜ ਜਿਹੜੇ ਲੋਕ ਆ ਉਹੀ ਉਹਦੇ ਵਿੱਚ ਜਿੱਤ ਕੇ ਪਹੁੰਚਦੇ ਨੇ। ਅਗਰ ਆਪਾਂ ਇਸ ਵਾਰੀ ਗੱਲ ਕਰੀਏ ਕਿ ਕੈਂਡੀਡੇਟਸ ਦੀ ਉਮਰ ਕਿੰਨੀ ਹੈ ਜਿਨ੍ਹਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ ਆਪਣੇ ਆਪ ਨੂੰ ਐਮਐਲਏ ਚੋਣਾਂ ਦੇ ਵਿੱਚ ਅੱਗੇ ਕਰਨ ਦੇ ਲਈ, ਉਹਨਾਂ ਦੇ ਵਿੱਚੋਂ ਸਿਰਫ ਔਰ ਸਿਰਫ 24% ਦੇ ਲਗਭਗ ਹੀ ਉਮੀਦਵਾਰ ਨੇ ਜਿਹੜੇ 40 ਸਾਲ ਤੋਂ ਘੱਟ ਉਮਰ ਦੇ ਨੇ। ਅਦਰਵਾਈਜ਼ 73%, 74% ਇੱਦਾਂ ਦੇ ਉਮੀਦਵਾਰ ਨੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਵੱਧ ਹੈ ਔਰ 80 ਸਾਲ ਤੋਂ ਘੱਟ ਹੈ। ਤੀਸਰੀ ਚੀਜ਼ ਜੋ ਡੈਮੋਕ੍ਰੇਸੀ ਦੇ ਲਈ ਬਹੁਤ ਖਤਰਾ ਹੈ ਉਹ ਹੈ ਪਰਿਵਾਰਵਾਦ, ਨੈਪੋਟਿਜ਼ਮ ਪੰਜਾਬ ਦੀ ਪੋਲਿਟਿਕਸ ਦੇ ਵਿੱਚ। ਬਾਦਲਸ ਔਰ ਬਾਦਲਸ ਦੇ ਬਾਕੀ ਪਰਿਵਾਰ ਦਾ ਤਾਂ ਓਬਵੀਅਸਲੀ ਨਾਮ ਹੈ, ਪਰ ਆਪਾਂ ਉਹਨਾਂ ਤੋਂ ਵੀ ਇਲਾਵਾ ਅੱਗੇ ਜਾ ਕੇ ਅਗਰ ਦੇਖੀਏ ਤਾਂ ਬਹੁਤ ਪਾਰਟੀਆਂ ਨੇ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਐਂਡ ਕਾਂਗਰਸ ਪਾਰਟੀ, ਜਿਨ੍ਹਾਂ ਦੇ ਵਿੱਚ ਪਰਿਵਾਰਵਾਦ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ, ਜਿਨ੍ਹਾਂ ਦੇ ਵਿੱਚ ਆਲਮੋਸਟ ਐਵਰੀ ਅਦਰ ਉਮੀਦਵਾਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਸਿਆਸੀ ਪਰਿਵਾਰ ਨੂੰ ਬਿਲੋਂਗ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਐਂਡ ਕਾਂਗਰਸ ਵੱਲੋਂ 28 ਉਮੀਦਵਾਰ ਤਾਂ ਸਿੱਧੇ ਹੀ ਇੱਦਾਂ ਦੇ ਨੋਮੀਨੇਟ ਕੀਤੇ ਗਏ ਨੇ ਜੋ ਕਿਸੇ ਨਾ ਕਿਸੇ ਸਿਆਸੀ ਲੀਡਰ ਦੇ ਮੁੰਡਾ ਆ, ਉਹਦੀ ਕੁੜੀ ਆ, ਉਹਦਾ ਜਵਾਈ ਆ, ਉਹਦੀ ਨੂੰਹ ਹੈ, ਜਾਂ ਭਾਈ ਆ ਜਾਂ ਭਤੀਜਾ ਆ। ਸਿੱਧੇ ਹੀ ਸਿਆਸੀ ਪਰਿਵਾਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਉਹ ਸਿਆਸੀ ਪਰਿਵਾਰ ਜੋ ਆਪਣੀ ਜ਼ਿੰਦਗੀ ਨੂੰ ਇੱਕ ਬਹੁਤ ਲਗਜ਼ਰੀ ਦੇ ਵਿੱਚ ਬਤੀਤ ਕਰਦੇ ਆ, ਜੋ ਇੱਕ ਇਨਕਿਊਬੇਟਰ ਦੇ ਵਿੱਚ ਉਹਨਾਂ ਦੇ ਅਰਾਊਂਡ 12-15 ਸਿਕਿਉਰਿਟੀ ਗਾਰਡ ਹੁੰਦੇ ਨੇ, ਹੋਰ ਪਤਾ ਨਹੀਂ ਕੀ ਉਹਨਾਂ ਦੇ ਕੋਲ ਲਾਮ ਲਸ਼ਕਰ ਹੁੰਦਾ ਹੈ, ਉਹਦੇ ਵਿੱਚ ਜਿਹੜੇ ਜ਼ਿੰਦਗੀ ਬਤੀਤ ਕਰਦੇ ਨੇ, ਜਿਨ੍ਹਾਂ ਦਾ ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਇਸ ਸੁਸਾਇਟੀ ਦੀ ਚੰਗੀ ਤਰ੍ਹਾਂ ਸਮਝ ਹੀ ਨਹੀਂ ਹੈ, ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ ਕਿ ਆਮ ਲੋਕਾਂ ਦੀਆਂ ਐਵਰੀਡੇ ਲਾਈਫ ਦੀਆਂ ਪ੍ਰੋਬਲਮਸ ਕੀ ਨੇ, ਉਹਨਾਂ ਨੂੰ ਹੀ ਅੱਗੇ ਪ੍ਰਮੋਟ ਕੀਤਾ ਜਾ ਰਿਹਾ। ਸੋ ਕੱਲ੍ਹ ਨੂੰ ਅਗਰ ਉਹ ਜਿੱਤ ਕੇ ਆਉਂਦੇ ਨੇ ਤਾਂ ਉਹ ਮੈਨੂੰ ਨਹੀਂ ਲੱਗਦਾ ਕੋਈ ਵੀ ਇੱਦਾਂ ਦੀ ਪੋਲਿਸੀ ਬਣਾ ਸਕਣਗੇ ਜਿਹੜੀ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਹੋਏਗੀ। ਅਗਰ ਆਪਾਂ ਜੈਂਡਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 45% ਤੋਂ ਵੀ ਵੱਧ ਵੋਟਰਸ ਔਰਤਾਂ ਨੇ, ਬਟ ਇਹਨਾਂ ਨਾਮਜ਼ਦਗੀਆਂ ਦੇ ਵਿੱਚ ਔਰਤਾਂ ਨੂੰ ਕਿੰਨੀ ਜਗ੍ਹਾ ਮਿਲੀ ਹੈ? ਸਿਰਫ ਔਰ ਸਿਰਫ 7%। ਮਤਲਬ ਜਿੰਨੇ ਵੀ ਉਮੀਦਵਾਰ ਹੈ ਉਹਨਾਂ ਵਿੱਚੋਂ ਸਿਰਫ 7% ਔਰਤਾਂ ਨੇ। ਮਤਲਬ ਕਿ ਸਿਰਫ 90, 92 ਜਾਂ 93 ਔਰਤਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਨੇ। ਬਹੁਤ ਵੱਡਾ ਪਾੜਾ ਹੈ, ਲਿੰਗ ਆਧਾਰਿਤ ਬਹੁਤ ਵੱਡਾ ਪਾੜਾ ਹੈ। ਔਰਤਾਂ ਨੂੰ ਪੋਲੀਟੀਕਲ ਰੈਪਰੈਜ਼ੈਂਟੇਸ਼ਨ ਦੇ ਵਿੱਚ ਕੋਈ ਖਾਸ ਜਗ੍ਹਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਰਫ 5% ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਕਾਂਗਰਸ ਵੱਲੋਂ ਸਿਰਫ 9%। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਐਂਡ ਬੀਜੇਪੀ ਵੱਲੋਂ ਵੀ, ਬਟ ਆਮ ਆਦਮੀ ਪਾਰਟੀ ਦਾ ਕੰਪੈਰੀਟਿਵਲੀ ਇਹਨਾਂ ਪਾਰਟੀਆਂ ਦੇ ਨਾਲ ਔਰਤਾਂ ਨੂੰ ਅੱਗੇ ਵੋਟਾਂ ਦੇ ਟਿਕਟਾਂ ਦੇਣ ਦੇ ਵਿੱਚ ਬਾਕੀਆਂ ਨਾਲੋਂ ਪਰਸੈਂਟੇਜ 12%, 10% ਹੈਗੀ ਆ, ਜਿਹੜੀ ਹਜੇ ਵੀ ਸਟਿਲ ਬਹੁਤ ਘੱਟ ਹੈ। ਚੌਥਾ ਫਿਨੋਮੀਨਾ ਜੋ ਆਪਣੇ ਆਲੇ ਦੁਆਲੇ ਵਾਪਰ ਰਿਹਾ ਉਹ ਹੈ ਵੋਟ ਬੈਂਕ ਦੀ ਰਾਜਨੀਤੀ। ਆਪਾਂ ਲੋਕਾਂ ਨੂੰ ਜੋ ਇੱਕ ਸਮਾਜ ਦੇ ਵਿੱਚ ਬੜੇ ਪਿਆਰ ਦੇ ਨਾਲ
ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਆ, ਉਹਨਾਂ ਨੂੰ ਵੋਟ ਬੈਂਕਾਂ 'ਚ ਵੰਡ ਦਿੱਤਾ ਗਿਆ ਹੈ। ਇਹ ਦਲਿਤ ਵੋਟ ਬੈਂਕ ਹੈ, ਇਹ ਜੱਟ ਵੋਟ ਬੈਂਕ ਹੈ, ਇਹ ਜੱਟ ਕਿਸਾਨੀ ਵੋਟ ਬੈਂਕ ਹੈ, ਇਹ ਅਰਬਨ ਹਿੰਦੂ ਵੋਟ ਬੈਂਕ ਹੈ। ਇਹ ਵੋਟ ਬੈਂਕਸ ਦੀਆਂ ਡਿਬੇਟਸ ਵੀ ਤੁਸੀਂ ਆਮ ਵੈਬ ਚੈਨਲਸ ਤੇ ਜਾਂ ਆਪਣੇ ਟੀਵੀ ਦੇ ਉੱਤੇ ਦੇਖਦੇ ਹੋਣੇ, ਅਖਬਾਰਾਂ ਦੇ ਵਿੱਚ ਵੀ ਲੇਖ ਲਿਖੇ ਜਾਂਦੇ ਆ। ਕਾਂਗਰਸ ਪਾਰਟੀ ਵੱਲੋਂ ਜੋ ਦਲਿਤ ਸੀਐਮ, ਅਨੁਸੂਚਿਤ ਜਾਤੀਆਂ ਤੋਂ ਸੀਐਮ ਰੱਖੇ ਗਏ ਨੇ, ਉਹਦੇ ਪਿੱਛੇ ਵੀ ਇਹੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਮਨਸ਼ਾ ਹੀ ਇਹ ਹੈ ਸਿੱਧੀ ਸਿੱਧੀ ਕਿ ਦਲਿਤ ਵੋਟ ਬੈਂਕ ਨੂੰ ਪ੍ਰਭਾਵਿਤ ਕਰਨਾ। ਦਲਿਤ ਇੱਕ ਬਹੁਤ ਵੱਡਾ ਐਂਡ ਮਲਟੀ ਡਾਇਮੈਂਸ਼ਨਲ ਬਹੁਤ ਪੱਖੀ ਵਰਡ ਹੈ, ਜਿਹਦੇ ਵਿੱਚ 39 ਅਲੱਗ-ਅਲੱਗ ਤਰ੍ਹਾਂ ਦੀਆਂ ਜਾਤਾਂ ਕਾਸਟਾਂ ਆਉਂਦੀਆਂ ਨੇ। ਉਹਦੇ ਵਿੱਚ ਵੀ ਫਰਦਰ ਡਿਵੀਜ਼ਨ ਹੈ, ਅਲੱਗ ਹੋਰ ਸਬ ਕਾਸਟ ਵੀ ਆਉਂਦੀਆਂ ਨੇ। ਪਲੱਸ ਜਿਹੜੇ ਦਲਿਤ ਹੈ ਉਹ ਵੀ ਦੋ ਤਰ੍ਹਾਂ ਨਾਲ ਵੰਡੇ ਹੋਏ ਨੇ, 60% ਸਿੱਖ ਦਲਿਤ ਹੈ ਔਰ 40% ਹਿੰਦੂ ਦਲਿਤ ਹੈ। ਸੋ ਇੱਕ ਦਲਿਤ ਸੀਐਮ ਨੂੰ ਬਣਾ ਕੇ ਜਾਂ ਕੋਈ ਐਦਾਂ ਦਾ ਦਲਿਤ ਵੋਟ ਬੈਂਕ ਦਾ ਕਾਰਡ ਖੇਡ ਕੇ ਅਗਰ ਆਪਾਂ ਇਹ ਸੋਚੀਏ ਕਿ ਇਹ ਦਲਿਤ ਵੋਟਰ ਸਾਰੇ ਦਾ ਸਾਰਾ ਇਕੱਠਾ ਹੋ ਕੇ ਇੱਕ ਥਾਂ ਤੇ ਵੋਟ ਪਾ ਦੇਗਾ, ਤਾਂ ਇਹ ਆਪਣੀ ਨਿਆਣਪੁਣਾ ਹੋਏਗਾ। ਦਾ ਮਤਲਬ ਆਪਾਂ ਪੰਜਾਬੀ ਸਮਾਜ ਨੂੰ ਔਰ ਪੰਜਾਬੀ ਸਮਾਜ ਦੇ ਵਿੱਚ ਜਾਤਾਂ ਦੇ ਆਪਸੀ ਕਨਫਲਿਕਟਸ ਨੂੰ ਸਮਝ ਨਹੀਂ ਪਾ ਰਿਹਾ। ਪੰਜਾਬ ਦੀ ਜਮਹੂਰੀਅਤ ਦੇ ਵਿੱਚ ਇਹਨਾਂ ਵੋਟਾਂ ਨੂੰ ਵੰਡ ਕੇ ਆਪਣੀ ਪਾਰਟਿਕੂਲਰ ਇੱਕ ਪਾਰਟੀ ਨਾਲ ਜੋੜ ਕੇ ਸਮਾਜ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਅਨੁਸੂਚਿਤ ਜਾਤੀਆਂ ਦੀ ਰੈਪਰੈਜ਼ੈਂਟੇਸ਼ਨ ਵਧਾਉਣ ਦੇ ਲਈ ਆਲਰੇਡੀ 34% ਸੀਟਸ ਪੰਜਾਬ ਦੇ ਵਿੱਚ ਦਲਿਤ ਵੋਟ ਬੈਂਕ ਨੂੰ ਮੱਦੇਨਜ਼ਰ ਰੱਖਦੇ ਹੋਏ ਰਿਜ਼ਰਵਡ ਕੀਤੀਆਂ ਹੋਈਆਂ ਨੇ। ਬਾਵਜੂਦ ਉਸ ਦੇ ਵੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਹੈ ਉਹਨੂੰ ਮਾਝਾ, ਮਾਲਵਾ, ਦੁਆਬਾ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਤਿੰਨੋਂ ਰੀਜ਼ਨਸ ਦੇ ਵਿੱਚ ਦਲਿਤ ਪੋਪੂਲੇਸ਼ਨ ਬਹੁਤ ਵੱਡੇ ਨੰਬਰ, ਬਹੁਤ ਵੱਡੀ ਤਾਦਾਦ ਦੇ ਵਿੱਚ ਹੈਗੀ ਆ। ਔਰ ਤਿੰਨਾਂ ਰੀਜ਼ਨਸ ਦੇ ਵਿੱਚ ਇਹਨਾਂ ਦਲਿਤ ਦੀਆਂ ਆਪਣੀਆਂ ਅਲੱਗ ਪ੍ਰੋਬਲਮਸ ਨੇ। ਮਾਲਵਾ ਦੇ ਵਿੱਚ ਜਿਹੜੇ ਦਲਿਤ ਆ ਉਹਨਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਉੱਚੀ ਜਾਤੀ ਦੇ ਲੋਕਾਂ ਵੱਲੋਂ ਕੀਤੇ ਗਏ ਆ। ਉਹਨਾਂ ਦਾ ਇੱਕ ਆਪਣਾ ਲਹਿਰ, ਉਹਨਾਂ ਦੀ ਆਪਣੀ ਇੱਕ ਸੰਘਰਸ਼ ਚੱਲਦਾ ਰਹਿੰਦਾ ਉਹ ਜ਼ਮੀਨਾਂ ਲੈਣ ਦੇ ਲਈ। ਦੁਆਬਾ ਦੇ ਜਿਹੜੇ ਦਲਿਤ ਆ ਉਹ ਮੇਨਲੀ ਡੇਰਾਵਾਦ ਕਾਫੀ ਸਸ਼ਕਤ ਹੈ। ਪੰਜਾਬ ਦੇ ਬਾਕੀ ਹਿੱਸਿਆਂ ਦੇ ਨਾਲੋਂ ਜਿਹੜਾ ਦੁਆਬਾ ਦਾ ਦਲਿਤ ਆ ਉਹ ਕਾਫੀ ਇੰਪਾਵਰਡ ਦਲਿਤ ਆ, ਲੇਕਿਨ ਫਿਰ ਵੀ ਉਹਨਾਂ ਦੀਆਂ ਪ੍ਰੋਬਲਮਸ ਇਹ ਆ ਵੀ ਉਹ ਡੇਰਾਵਾਦ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਹੋਏ ਆ ਔਰ ਉਹਨਾਂ ਦੀਆਂ ਆਪਸ ਦੇ ਵਿੱਚ ਵੀ ਪ੍ਰੋਬਲਮਸ ਆ। ਹੋਰ ਵੀ ਲੋਕਲ ਪੱਧਰ ਤੇ ਉਹਨਾਂ ਦੀਆਂ ਕਾਫੀ ਵੱਡੀਆਂ ਦਿੱਕਤਾਂ ਰਹਿੰਦੀਆਂ ਨੇ। ਮਾਝਾ ਦੇ ਵਿੱਚ ਜੋ ਦਲਿਤ ਆ ਉਹਨਾਂ ਦੀ ਮੇਨ ਪ੍ਰੋਬਲਮ ਹੈ ਉਹਨਾਂ ਦੀ ਕਨਵਰਜ਼ਨ ਜਿਹੜੀ ਹੋ ਰਹੀ ਹੈ ਟੂ ਕ੍ਰਿਸਚੀਅਨਿਟੀ ਜਾਂ ਹੋਰ ਧਰਮਾਂ ਦੇ ਵਿੱਚ। ਸੋ ਇਹਨਾਂ ਮੁੱਦਿਆਂ ਦੇ ਉੱਤੇ ਤਾਂ ਕੋਈ ਵੀ ਗੱਲ ਇਸ ਜਮਹੂਰੀਅਤ ਦੇ ਵਿੱਚ ਮੁੱਦੇ ਦੀ ਗੱਲ ਨਹੀਂ ਕੀਤੀ ਜਾ ਰਹੀ ਕਿ ਜੋ ਪ੍ਰੋਬਲਮਸ ਅਨੁਸੂਚਿਤ ਜਾਤੀਆਂ ਦੇ ਲੋਕ ਫੇਸ ਕਰ ਰਹੇ ਆ ਉਹਨਾਂ ਨੂੰ ਕਿੱਦਾਂ ਹੱਲ ਕੀਤਾ ਜਾਊਗਾ, ਉਹ ਮਾਡਲ ਕਿੱਦਾਂ ਲੈ ਕੇ ਆਉਂਗੇ, ਕੌਣ ਲੈ ਕੇ ਆਏਗਾ, ਉਹਦੀ ਗੱਲ ਨਹੀਂ ਹੈ। ਤੁਹਾਨੂੰ ਯਾਦ ਹੋਏਗਾ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਇੱਦਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਵੀ ਜਿਨ੍ਹਾਂ ਦੇ ਕੋਲ ਸਰਪਲਸ ਜ਼ਮੀਨ ਹੈ ਉਹ ਅਸੀਂ ਨਹੀਂ ਹੋਣ ਦੇਵਾਂਗੇ। ਬਟ ਉਹ ਚੰਦ ਮਿੰਟਾਂ ਦੇ ਵਿੱਚ ਹੀ ਉਸ ਨੋਟੀਫਿਕੇਸ਼ਨ ਨੂੰ ਚਰਨਜੀਤ ਸਿੰਘ ਚੰਨੀ ਨੂੰ ਵਾਪਿਸ ਲੈਣਾ ਪਿਆ। ਅਗਰ ਦਲਿਤਸ ਦੀ ਇੰਨੀ ਹੀ ਫਿਕਰ ਹੁੰਦੀ ਜਾਂ ਦਲਿਤਸ ਦਾ ਅਨੁਸੂਚਿਤ ਜਾਤੀਆਂ ਦੀ ਐਡੀ ਪ੍ਰੋਬਲਮ ਸੋਲਵ ਕਰਨ ਦਾ ਟੀਚਾ ਮਿੱਥਿਆ ਹੁੰਦਾ ਕਿਸੇ ਵੀ ਸਰਕਾਰ ਨੇ, ਤਾਂ ਵਾਕਈ ਹੀ ਉਹ ਸਰਪਲਸ ਜ਼ਮੀਨਾਂ ਉਹ ਲੋੜੀਂਦੇ ਲੋਕਾਂ ਦੇ ਵਿੱਚ ਵੰਡੀਆਂ ਜਾ ਸਕਦੀਆਂ ਸੀ। ਬਟ ਐਡੇ ਵੱਡੇ ਲੈਂਡ ਮਾਫੀਆ ਨੂੰ ਹੱਥ ਕੌਣ ਪਾਏਗਾ? ਡੇਰਿਆਂ ਦਾ ਪੰਜਾਬ ਦੇ 56 ਹਲਕਿਆਂ ਦੇ ਉੱਤੇ ਪ੍ਰਭਾਵ ਹੈ। ਰਾਧਾ ਸੁਆਮੀ ਡੇਰਿਆਂ ਦਾ ਵੀ 18-19 ਹਲਕਿਆਂ ਦੇ ਉੱਤੇ ਉਹਨਾਂ ਦਾ ਇਨਫਲੂਐਂਸ ਆਂਦੀ ਆ, ਉਹਨਾਂ ਦੇ ਸਪੋਰਟਰ ਹੈਗੇ ਆ। ਪਲੱਸ ਡੇਰਾ ਜਿਹੜਾ ਸਿਰਸਾ ਆ, ਪਲੱਸ ਡੇਰਾ ਨਾਮਧਾਰੀ ਆ, ਪਲੱਸ ਡੇਰਾ ਨਿਰੰਕਾਰੀ ਆ। ਇਸ ਤੋਂ ਇਲਾਵਾ ਡੇਰਾ ਬੱਲਾ ਆ ਦੁਆਬਾ ਦੇ ਵਿੱਚ ਐਂਡ ਹੋਰ ਵੀ ਬਹੁਤ ਡੇਰੇ ਆ ਜਿਵੇਂ ਨੂਰ ਮਹਿਲ ਡੇਰਾ ਹੋ ਗਿਆ, ਦਿਵਿਆ ਜੋਤੀ ਜਾਗਰਣ ਟਾਈਪ। ਸੋ ਉਹਨਾਂ ਦੇ ਵੀ ਕਈ ਕੌਂਸਟੀਚੁਐਂਸੀਆਂ ਤੇ ਇਨਫਲੂਐਂਸ ਹੈਗੀ ਆ। ਔਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆ ਕਿ ਕਿਵੇਂ ਡੇਰਾਵਾਦ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕਿਵੇਂ ਡੇਰਿਆਂ ਦੇ ਮੁਖੀ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ ਜਾਂ ਰੱਬ ਦਾ ਰੂਪ ਕਹਾਉਂਦੇ ਨੇ, ਉਹ ਕਿਵੇਂ ਜਾ ਕੇ ਕਦੀ ਮੁੱਖ ਮੰਤਰੀ ਨੂੰ, ਕਦੀ ਪ੍ਰਾਈਮ ਮਿਨਿਸਟਰ ਨੂੰ, ਕਦੀ ਕਿਸੇ ਨੂੰ ਮਿਲਦੇ ਹੋਏ ਨੇ। ਆਪਾਂ ਇਹ ਵੀ ਪਿਛਲੇ ਦਿਨਾਂ 'ਚ ਸੁਣਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਡੇਰੇ ਦੇ ਵਿੱਚ ਰਾਤ ਕੱਟੀ ਗਈ। ਸੋ ਪੰਜਾਬ ਦੀ ਡੈਮੋਕ੍ਰੇਸੀ ਜਿਹੜੀ ਹੈ ਜਾਂ ਪੰਜਾਬ ਦੀ ਜੋ ਸੂਬੇ ਦੀ ਸਰਕਾਰ ਹੈ ਉਹ ਟੋਟਲੀ ਸੈਕੂਲਰ ਹੈ, ਉਹਦਾ ਕੋਈ ਧਰਮ ਨਹੀਂ ਹੈ। ਉਹਦਾ ਧਰਮ ਸਿਰਫ ਔਰ ਸਿਰਫ ਕੌਂਸਟੀਟਿਊਸ਼ਨ ਹੈ। ਉਸ ਧਰਮ ਨਿਰਪੱਖਤਾ ਦੀ ਕਦਰ ਕਿੱਥੇ ਗਈ ਜਦੋਂ ਡੇਰਾਵਾਦ ਨੂੰ ਇੰਨੇ ਕੁ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਔਰ ਬੇਅਦਬੀ ਦੇ ਨਾਮ ਤੇ ਗੇਮਾਂ ਖੇਡੀਆਂ ਜਾਂਦੀਆਂ ਨੇ। ਬਟ ਇਹ ਪੋਲੀਟੀਕਲ ਨੁਮਾਇੰਦੇ ਜਿਹੜੇ ਆਪਣੇ ਆਪ ਨੂੰ ਐਮਐਲਏ ਅੱਗੇ ਵੀ ਬਣਾਉਣਾ ਚਾਹੁੰਦੇ ਨੇ ਉਹ ਇਹਨਾਂ ਡੇਰਿਆਂ ਤੇ ਰੈਗੂਲਰ ਵਿਜ਼ਿਟ ਕਰਦੇ ਰਹਿੰਦੇ ਨੇ। ਹੁਣ ਇਸ ਦੇ ਵਿੱਚ ਜਿਹੜਾ ਪੰਜਾਬ ਦਾ ਵੋਟਰ ਹੈ ਉਹ ਕਿੱਥੇ ਹੈ? ਪੰਜਾਬ ਦਾ ਵੋਟਰ ਮੋਸਟ ਕਨਫਿਊਜ਼ਡ ਸਟੇਟ ਦੇ ਵਿੱਚ ਹੈ। ਪੰਜਾਬ ਦਾ ਵੋਟਰ ਇਸ ਟਾਈਮ ਇੰਨਾ ਕੁ ਕਨਫਿਊਜ਼ਡ ਹੈ ਕਿ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨੇ ਕੀ ਕਰਨਾ ਹੈ। ਸੋ ਇਸੇ ਕਨਫਿਊਜ਼ਨ ਦੇ ਵਿੱਚ ਉਹ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਿ ਅਸੀਂ ਚੇਂਜ ਕਰਾਂਗੇ, ਅਸੀਂ ਬਦਲਾਵ ਲਿਆਵਾਂਗੇ। ਪਰ ਕਿਹੜਾ ਬਦਲਾਵ,
ਕਿਹਦੇ ਲਈ ਬਦਲਾਵ ਲਿਆਵਾਂਗੇ, ਇਸ ਚੀਜ਼ ਦੀ ਪੰਜਾਬ ਦੇ ਵੋਟਰ ਨੂੰ ਕਲੈਰਿਟੀ ਨਹੀਂ ਹੈ। ਇਸ ਕਨਫਿਊਜ਼ਨ ਦਾ ਕਾਰਨ ਇਹ ਵੀ ਹੈ ਜੋ ਮੀਡੀਆ ਵੱਲੋਂ ਪ੍ਰੋਪਾਗੈਂਡਾ ਫਲਾਇਆ ਜਾਂਦਾ ਹੈ, ਜੋ ਮੀਡੀਆ ਜਿਨ੍ਹਾਂ ਦੀ ਜ਼ੁਬਾਨ ਭਾੜੇ ਦੀ ਜ਼ੁਬਾਨ ਹੈ, ਜਿਨ੍ਹਾਂ ਦੀ ਜ਼ੁਬਾਨ ਕਿਰਾਏ ਤੇ ਚੱਲ ਰਹੀ ਹੈ, ਜਿਨ੍ਹਾਂ ਨੂੰ ਕੁਝ ਐਡਸ ਮਿਲ ਗਈਆਂ ਸਰਕਾਰੀ, ਜਿਨ੍ਹਾਂ ਨੂੰ ਹੋਰ ਕੁਝ ਫੇਵਰਸ ਮਿਲੇ ਹੋ ਸਕਦੇ ਆ, ਉਹ ਇੱਕ ਪਾਰਟਿਕੂਲਰ ਲੋਕਾਂ ਨੂੰ ਪ੍ਰਮੋਟ ਕਰਨ 'ਚ ਲੱਗੇ ਹੋਏ ਆ, ਜਿਨ੍ਹਾਂ ਨੂੰ ਵੇਖ ਕੇ ਜਿਹੜਾ ਆਮ ਵੋਟਰ ਹੈ ਉਹ ਕਨਫਿਊਜ਼ ਹੋ ਰਿਹਾ, ਉਹਨੂੰ ਪਤਾ ਨਹੀਂ ਲੱਗ ਰਿਹਾ। ਸੋ ਇਹ ਵੀ ਇੱਕ ਇਹਨਾਂ ਪੋਲੀਟੀਕਲ ਲੋਕਾਂ ਦੀ ਏਜੰਸੀ ਹੈ ਮੀਡੀਆ, ਜਿਹੜਾ ਲੋਕਾਂ ਨੂੰ, ਵੋਟਰਸ ਨੂੰ, ਤੁਹਾਨੂੰ ਮੈਨੂੰ ਕਨਫਿਊਜ਼ ਕਰਦਾ ਹੈ ਕਿ ਤੁਸੀਂ ਸਹੀ ਆਪਣੇ ਦਿਮਾਗ ਦਾ ਇਸਤੇਮਾਲ ਨਾ ਕਰ ਪਾਓ। ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ, ਪੰਜਾਬ ਦੇ ਮੁੱਦਿਆਂ ਤੇ ਗੱਲ ਕੋਈ ਨਹੀਂ ਕਰ ਰਿਹਾ। ਪੰਜਾਬ ਦੇ ਮੁੱਦੇ ਬਹੁਤ ਪਿੱਛੇ ਰਹਿ ਗਏ ਨੇ। ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਦੇ ਕੀ ਨੇ, ਸਭ ਤੋਂ ਪਹਿਲਾਂ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਦੋ ਤਰ੍ਹਾਂ ਦੀ ਹੈ, ਇੱਕ ਪੜ੍ਹੇ ਲਿਖਿਆਂ ਦੀ ਬੇਰੁਜ਼ਗਾਰੀ ਹੈ, ਇੱਕ ਉਹਨਾਂ ਦੀ ਬੇਰੁਜ਼ਗਾਰੀ ਹੈ ਜੋ ਕਿਰਤੀ ਲੋਕ ਨੇ। ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਤਰ ਇੰਨਾ ਕੁ ਨੀਚੇ ਗਿਰ ਚੁੱਕਾ ਹੈ ਕਿ ਐਜੂਕੇਸ਼ਨ ਲੈਣ ਤੋਂ ਬਾਅਦ ਵੀ ਬੱਚਿਆਂ ਦਾ ਦਿਮਾਗ ਟੋਟਲੀ ਖਾਲੀ ਹੈ। ਉਹਨਾਂ ਨੂੰ ਅਸਾਈਨਮੈਂਟਸ ਸਿਰਫ ਕਾਪੀ ਪੇਸਟ ਕਰਨੀਆਂ ਹੀ ਆਉਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਕੋਈ ਪ੍ਰੈਕਟੀਕਲ ਨੌਲੇਜ ਨਹੀਂ ਹੈ। ਸੋ ਤੰਗ ਹੋ ਕੇ +2 ਕਰਕੇ ਪੰਜਾਬ ਦੇ ਨੌਜਵਾਨ ਇਹ ਚਾਹੁੰਦੇ ਆ ਕਿ ਸਿਰਫ ਔਰ ਸਿਰਫ ਅਸੀਂ ਆਇਲਸ ਕਰੀਏ ਔਰ ਵਗ ਜਾਈਏ ਕਿਤੇ ਕੈਨੇਡਾ, ਅਮਰੀਕਾ, ਉੱਥੇ ਜਾ ਕੇ ਸੈਟਲ ਹੋ ਜਾਈਏ। ਪੰਜਾਬ ਦੀ ਪ੍ਰੋਬਲਮ ਆ ਕਰਿਆਨੇ ਦੀਆਂ ਹੱਟੀਆਂ ਤੇ ਮਿਲਦਾ ਨਸ਼ਾ। ਪੰਜਾਬ ਦੀ ਪ੍ਰੋਬਲਮ ਆ ਇੰਡਸਟਰੀ ਨਹੀਂ ਹੈ, ਟ੍ਰੇਡ ਨਹੀਂ ਹੈ। ਪੰਜਾਬ ਦੀ ਪ੍ਰੋਬਲਮ ਹੈ ਜਿਹੜੀ ਫਲੈਮਬੋਇੰਸ ਦੇ ਵਿੱਚ, ਸ਼ੇਖੀਆਂ ਮਾਰਨ ਦੇ ਵਿੱਚ ਪੰਜਾਬ ਸਰਕਾਰ ਇੰਨੀ ਵੱਡੀ ਸਿਕਿਉਰਿਟੀਆਂ ਦੇ ਕਾਫਲੇ ਨਾਲ ਲੈ ਕੇ ਤੁਰਦੀ ਹੈ, ਜਿਹਦੇ ਨਾਲ ਆਮ ਲੋਕਾਂ ਦੇ ਉੱਤੇ ਬੋਝ ਪੈਂਦਾ ਹੈ। ਇੰਨੇ ਵੱਡੇ ਕਾਫਲੇ ਨਾਲ ਲੈ ਕੇ ਤੁਰਨ ਦੀ ਜ਼ਰੂਰਤ ਨਹੀਂ ਹੈ। ਪੰਜਾਬ ਦੇ ਲੋਕ ਕਦੀ ਵੀ ਕਿਸੇ ਨੂੰ ਹਾਰਮ ਨਹੀਂ ਪਹੁੰਚਾਉਣਾ ਚਾਹੁੰਦੇ ਹੋਣਗੇ ਔਰ ਕੋਈ ਐਦਾਂ ਖਤਰਾ ਵੀ ਨਹੀਂ ਹੈ। ਅਗਰ ਇਸ ਸਮਾਜ ਦੇ ਵਿੱਚ ਤੁਸੀਂ ਸੇਫ ਆ, ਮੈਂ ਸੇਫ ਆ, ਐਵਰੀਬਡੀ ਸੇਫ ਹੈ, ਤਾਂ ਇਹ ਪੋਲੀਟੀਕਲ ਲੋਕਾਂ ਨੂੰ ਐਡੇ ਵੱਡੇ ਕਾਫਲੇ ਪਲੱਸ ਇਹਨਾਂ ਪੋਲੀਟੀਕਲ ਲੋਕਾਂ ਦੇ ਪਰਿਵਾਰਾਂ ਨੂੰ ਵੀ ਇੱਦਾਂ ਦੀ ਹੀ ਸਿਕਿਉਰਿਟੀ ਦਿੱਤੀ ਜਾਂਦੀ ਆ, ਆਮ ਲੋਕਾਂ ਤੇ ਬਹੁਤ ਵੱਡਾ ਬੋਝ ਹੈ। ਪੋਲੀਟੀਕਲ ਭ੍ਰਿਸ਼ਟਾਚਾਰ, ਰਾਜਨੀਤੀ ਦੇ ਵਿੱਚ ਭ੍ਰਿਸ਼ਟਾਚਾਰ, ਪੁਲਿਸ ਦੇ ਵਿੱਚ ਭ੍ਰਿਸ਼ਟਾਚਾਰ, ਸਰਕਾਰੀ ਦਫ਼ਤਰਾਂ ਦੇ ਵਿੱਚ ਭ੍ਰਿਸ਼ਟਾਚਾਰ। 7 ਸਟਾਰ ਵਰਗੇ ਪ੍ਰਾਈਵੇਟ ਹਸਪੀਟਲ ਅਵੇਲੇਬਲ ਨੇ। ਇੱਕ ਬਿਮਾਰ ਇਨਸਾਨ ਜੋ ਗਰੀਬ ਹੈ, ਜੋ ਚਾਹੇ ਮਿਡਲ ਕਲਾਸ ਵੀ ਹੈ, ਬਟ ਉਹ 7 ਸਟਾਰ ਹਸਪੀਟਲਸ 'ਚ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ, ਉਹ ਬਾਹਰੋਂ ਖੜ ਕੇ ਝੂਰ ਕੇ ਮੁੜ ਆਉਂਦਾ। ਉਹਦੇ ਤੇ ਹਰ ਇੱਕ ਜੋ ਹਸਪੀਟਲ ਹੈ, ਜੋ ਸਕੂਲਸ ਹੈ, ਉਹ ਪ੍ਰਾਈਵੇਟ ਆਰਗੇਨਾਈਜੇਸ਼ਨਸ ਦੇ ਹੱਥਾਂ 'ਚ ਦੇ ਦਿੱਤੇ ਗਏ। ਯਾਰ ਲੋਕਾਂ ਦਾ ਭਲਾ ਕਰਨ ਦੇ ਲਈ ਸਰਕਾਰ ਦਾ ਕੋਈ ਵੀ ਗਵਰਨੈਂਸ ਮਾਡਲ ਨਹੀਂ ਹੈ ਜਿਹਨੂੰ ਉਹ ਅੱਗੇ ਫਰਦਰ ਲਾਗੂ ਕਰਨ। ਔਰਤਾਂ ਦੀ ਸਥਿਤੀ ਪੰਜਾਬੀ ਸਮਾਜ ਦੇ ਵਿੱਚ ਅੱਜ ਵੀ ਬਹੁਤ ਮਾੜੀ ਹੈ। ਆਪਣੀ ਡੈਮੋਕ੍ਰੇਸੀ ਇੰਨੀ ਖੋਖਲੀ ਹੋ ਚੁੱਕੀ ਹੈ ਵੀ ਤੁਸੀਂ ਦੇਖੋ ਇਹਦੇ 'ਚ ਜਿਹੜੀਆਂ 45% ਵੋਟਰ ਨੇ ਔਰਤਾਂ, ਉਹਨਾਂ ਦੀ ਆਪਣੀ ਸੋਚ, ਆਪਣੀ ਸਮਝ ਹੀ ਨਹੀਂ ਹੈ ਕਿ ਉਹਨਾਂ ਨੇ ਵੋਟ ਕਿਹਨੂੰ ਪਾਉਣੀ ਹੈ। ਜਿਵੇਂ ਉਹਨਾਂ ਦੇ ਹਸਬੈਂਡ ਕਹਿਣਗੇ, ਜਿਵੇਂ ਉਹਨਾਂ ਦਾ ਵਿਹੜਾ ਕਹੇਗਾ ਸਾਰਾ ਇਕੱਠਾ ਹੋ ਕੇ, ਉਵੇਂ ਹੀ ਉਹ ਵੋਟ ਪਾ ਦਿੰਦੀਆਂ ਨੇ। ਇਹ ਰਿਐਲਿਟੀ ਆਪਣੀ ਡੈਮੋਕ੍ਰੇਸੀ ਦੀ। ਔਰ ਇਹ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਆਪਾਂ ਨੂੰ ਖੋਖਲਾਪਨ ਪੈਦਾ ਕੀਤਾ ਗਿਆ, ਇਹ ਸਿਆਸੀ ਲੋਕਾਂ ਵੱਲੋਂ ਹੀ ਕੀਤਾ ਗਿਆ, ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਮੀਡੀਆ ਦਾ ਵੀ ਹੈ, ਜਿਨ੍ਹਾਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ। ਹੋਣਾ ਇਹ ਚਾਹੀਦਾ ਹੈ ਕਿ ਪੰਜਾਬ ਦਾ ਵੋਟਰ ਜਾਗਰੂਕ ਹੋਵੇ, ਆਪ ਵੀ ਜਾਗਰੂਕ ਹੋਵੇ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਜਾਗਰੂਕ ਕਰੇ ਔਰ ਕ੍ਰਿਟੀਕਲ ਸਵਾਲ ਪੁੱਛੇ ਆਪਣੇ ਨੁਮਾਇੰਦਿਆਂ ਨੂੰ। ਕ੍ਰਿਟੀਕਲ ਸਵਾਲ ਪੁੱਛੇ, ਉਹਨਾਂ ਤੋਂ ਹਰ ਚੀਜ਼ ਦੀ ਬਹਿਸ ਕਰੇ, ਗੋਸ਼ਟੀ ਕਰੇ, ਉਹਨਾਂ ਨਾਲ ਵਾਰਤਾਲਾਪ ਕਰੇ, ਦੇਖੇ ਵੀ ਉਹ ਕਿੱਥੇ ਖੜੇ ਨੇ ਔਰ ਉਸ ਤੋਂ ਬਾਅਦ ਆਪਣਾ ਸਹੀ ਨੁਮਾਇੰਦਾ ਚੁਣੇ। ਕਿਉਂਕਿ ਡੈਮੋਕ੍ਰੇਸੀ ਵਾਕਈ ਹੀ ਲੋਕਾਂ ਦੇ ਲਈ ਬਹੁਤ ਵੱਡੀ ਤਾਕਤ ਹੈ, ਲੋਕਾਂ ਨੂੰ ਬਹੁਤ ਵੱਡਾ ਪਾਵਰ ਦਿੰਦੀ ਹੈ। ਅਗਰ ਡੈਮੋਕ੍ਰੇਸੀ ਨਾ ਹੁੰਦੀ ਤਾਂ ਆਪਣੇ ਰਾਜਿਆਂ ਦਾ ਰਾਜ ਹੁੰਦਾ ਅੱਜ ਦੇ ਸਮੇਂ ਦੇ ਵਿੱਚ, ਔਰ ਸ਼ਾਇਦ ਇਸ ਤੋਂ ਵੀ ਹਾਲਤ ਬਹੁਤ ਬੁਰੀ ਹੁੰਦੀ। Thank you so much for watching. Do subscribe and share this video.